श्री वाहेगुरु साहिब जी। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराए तेहा हों करी वखियान। बेशुमार अथाह अगानत अतुल है, ज्यों बुलावो त्यों नानक दास बोले। परम सन्मानयोग गुरु रूप साध संगत, आओ गुरु बख्शी फतेह दी सांझ बनाइए। वाहिगुरु जी का खालसा, वाहिगुरु जी की फतेह। गुरु सवारियो, जो समुचा सिख पंथ अते गुरु नानक नाम लेवा संगतां आउण वाले कल नूं पंजवें पातशाह शहीदां दे सरताज बाणी के बोहिथ साहिब श्री गुरु अर्जन देव साहब महाराज जी का शहीदी दिहाड़ा मनाउण जा रही ने। आओ अपने कोले 2 दिन का समा है। अज दे पहले दीवाना विच आपां इतिहास तो जाणू होइए। गुरु अर्जन देव साहब महाराज जी दे साडे लई की देन है, साडे लई की उपदेश है। साडे जीवन नूं सचियारा बनाउण लई गुरु साहब ने सानू की उपदेश कीता है। आओ रल मिल के आपां गुर इतिहास गुर उपदेश नूं विचारना करिए। बख्शो असीस। सतनाम श्री वाहेगुरु साहिब जी। गुरु सवारियो, भट्ट साहिबा ने गुरु अर्जन देव महाराज जी की उस्तत वडियाई कीती है। धारण गगन नव खंड मह, जोत स्वरूपी रहयो भर। भन मथुरा कछ भेद नहीं, गुर अर्जन प्रतख हर। ते भट्ट साहिबा ने यह भी कहा है के जप्यो जिन अर्जन देव गुरु, फिर संकट जोन गर्भ ना आयो। गुरु अर्जन देव महाराज नूं उस वाहिगुरु नाल तशबीह दिंदे हुए भट्ट साहिबान ने, भट्ट मथुरा जी ने ये बख्शिश किया है। कहते अगर संसार के उपर कोई परमात्मा का रूप है तो गुरु अर्जन देव महाराज हैं। और जिन्हें
ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ, ਉਹਨਾਂ ਨੂੰ ਸਿਮਰਨਾ ਕੀਤਾ ਹੈ, ਉਹਨਾਂ ਦੇ ਬਖਸ਼ੇ ਉਪਦੇਸ਼ ਨੂੰ ਕਮਾਉਣਾ ਕੀਤਾ ਹੈ। ਅਤੇ ਕਹਿੰਦੇ ਉਹ ਫਿਰ ਦੁਬਾਰਾ ਜਨਮ ਅਤੇ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ। ਆਓ ਗੁਰੂ ਸਵਾਰਿਓ, ਆਪਾਂ ਐਸੇ ਮਹਾਨ ਸਤਿਗੁਰੂ ਪਰਮ ਕਿਰਪਾਲੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਤਿਹਾਸ ਨਾਲ ਕੋਈ ਸਾਂਝ ਬਣਾਈਏ। ਗੁਰੂ ਸਵਾਰਿਓ, 15 ਮਈ ਵਾਹਿਗੁਰੂ 15 ਅਪ੍ਰੈਲ 1600 ਵਾਹਿਗੁਰੂ ਜੀ 15 ਅਪ੍ਰੈਲ 1563 ਗੁਰੂ ਮਹਾਰਾਜ ਜੀ ਨੇ ਇਸ ਪਾਵਨ ਦਿਹਾੜੇ 'ਤੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੋਇੰਦਵਾਲ ਸਾਹਿਬ ਵਿਖੇ ਮਾਤਾ ਭਾਨੀ ਜੀ ਦੀ ਕੁੱਖ ਤੋਂ ਅਵਤਾਰ ਧਾਰਨ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸਨ। ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਛੋਟੇ ਬਾਬਾ ਮਹਾਦੇਵ ਜੀ ਅਤੇ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਗਿਆਰਾਂ ਸਾਲ ਦੀ ਉਮਰ ਤੱਕ ਗੋਇੰਦਵਾਲ ਸਾਹਿਬ ਵਿਖੇ ਹੀ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਛਤਰ ਛਾਇਆ ਹੇਠ ਹੀ ਗੁਰੂ ਮਹਾਰਾਜ ਦੀ ਪਰਵਰਿਸ਼ ਹੋਈ। ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਕਿ ਇੱਕ ਦਿਨ ਬਾਲ ਅਵਸਥਾ ਵਿੱਚ ਰੁੜਦੇ ਗੁਰੂ ਅਮਰਦਾਸ ਮਹਾਰਾਜ ਜੋ ਪ੍ਰਸ਼ਾਦਾ ਛਕ ਰਹੇ ਸਨ, ਕਹਿੰਦੇ ਉਹਨਾਂ ਦੇ ਜੋ ਥਾਲੀ ਜਿਸ ਪ੍ਰਸ਼ਾਦਾ ਛਕ ਰਹੇ ਸਨ ਉਹਨੂੰ ਹੱਥ ਪਾ ਲਿਆ। ਬੀਬੀ ਭਾਨੀ ਜੀ ਨੇ ਕਹਿੰਦੇ ਹਟਾਉਣਾ ਕੀਤਾ ਤਾਂ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਬਚਨ ਕੀਤਾ ਕਿ ਇਸ ਥਾਲ ਦਾ ਇਹ ਮਾਲਕ ਹੈ, ਇਸ ਲਈ ਹੱਥ ਪਾਇਆ ਇਹਨੇ ਥਾਲ ਨੂੰ, ਕਿਉਂਕਿ ਇਸ ਥਾਲ ਦਾ ਇਹ ਮਾਲਕ ਹੈ। ਅਤੇ ਨਾਲ ਹੀ ਉਹਨਾਂ ਨੇ ਇਹ ਬਖਸ਼ ਕੀਤੇ, ਦੁਹਤਾ ਬਾਣੀ ਕਾ ਬੋਹ ਥਾ। ਕਹਿੰਦੇ ਸਾਡਾ ਦੋਹਤਰਾ ਇਹ ਬਾਣੀ ਨੂੰ ਇਕੱਤਰ ਕਰਨ ਵਾਲਾ ਹੈ, ਸੰਪਾਦਿਤ ਕਰਨ ਵਾਲਾ ਹੈ। ਅਤੇ ਗੁਰੂ ਸਵਾਰਿਓ, ਅਤੇ ਸਮਾਂ ਜਿਸ ਤਰ੍ਹਾਂ ਅੱਗੇ ਬੀਤਿਆ, ਕਹਿੰਦੇ ਕਿ ਜਿਸ ਤਰ੍ਹਾਂ ਇਤਿਹਾਸ ਨੇ ਲਿਖਿਆ ਹੈ, ਕਹਿੰਦੇ ਕਿ ਗੁਰੂ ਕੇ ਪਿਆਰੇ ਸੰਗਤਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਹਨਾਂ ਨਾਲ ਬਚਨ ਕੀਤਾ ਕਿ ਆਪ ਜੀ ਲਾਹੌਰ ਆਓ ਅਤੇ ਸਾਨੂੰ ਕੁਝ ਦਿਨ ਦਰਸ਼ਨ ਦਿਓ। ਅਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਿ ਇੱਥੇ ਸੰਗਤ ਬਹੁਤ ਆਉਂਦੀ ਹੈ, ਕੋਈ ਗੱਲ ਨਹੀਂ, ਅਸੀਂ ਆਪਣੇ ਇੱਕ ਸਾਹਿਬਜ਼ਾਦੇ ਨੂੰ ਉੱਥੇ ਭੇਜ ਦਿੰਦੇ ਹਾਂ। ਅਤੇ ਗੁਰੂ ਸਵਾਰਿਓ, ਬਾਬਾ ਪ੍ਰਿਥੀ ਚੰਦ ਜੀ ਨੂੰ ਕਿਹਾ ਗਿਆ, ਉਹ ਕਹਿੰਦੇ ਜੀ ਮੈਨੂੰ ਤਾਂ ਇੱਥੇ ਕੰਮ ਬਹੁਤ ਹੈ, ਸੰਗਤ ਬਹੁਤ ਆਉਂਦੀ ਹੈ, ਸਾਂਭ ਸੰਭਾਲ ਕਰਨੀ ਹੈ, ਇਸ ਕਰਕੇ ਮੈਂ ਜਾ ਨਹੀਂ ਸਕਦਾ। ਅਤੇ ਗੁਰੂ ਸਵਾਰਿਓ ਫਿਰ ਮਹਾਦੇਵ ਜੀ ਨੂੰ ਕਿਹਾ, ਉਹ ਕਹਿਣ ਲੱਗੇ ਮੇਰਾ ਤਾਂ ਇਹਨਾਂ ਗੱਲਾਂ ਨਾਲ ਨਾਤਾ ਹੀ ਕੋਈ ਨਹੀਂ ਹੈ। ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਪੁੱਤਰ ਅਰਜਨ ਦੇਵ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਜਾਓ ਅਤੇ ਸੰਗਤਾਂ ਨਾਲ ਜਾ ਕੇ ਉੱਥੇ ਗੁਰੂ ਨਾਨਕ ਦੇਵ ਉਪਦੇਸ਼ ਦੀ ਸਾਂਝ ਬਣਾਓ।
ਤੇ ਜਿੰਨੀ ਦੇਰ ਤੱਕ ਅਸੀਂ ਤੁਹਾਨੂੰ ਵਾਪਸ ਨਹੀਂ ਬੁਲਾਉਂਦੇ ਉਨੀ ਦੇਰ ਤੱਕ ਤੁਸੀਂ ਉੱਥੇ ਸੰਗਤਾਂ ਦੇ ਕੋਲ ਹੀ ਟਿਕਾਣਾ ਕਰਨਾ ਹੈ। ਤੇ ਗੁਰੂ ਸਵਾਰਿਓ ਫਿਰ ਗੁਰੂ ਸਪੁੱਤਰ ਸਾਹਿਬਜ਼ਾਦਾ ਅਰਜਨ ਦੇਵ ਜੀ ਨੇ ਸੰਗਤਾਂ ਦੇ ਨਾਲ ਲਾਹੌਰ ਲਈ ਰਵਾਨਗੀ ਕੀਤੀ। ਉੱਥੇ ਪਹੁੰਚੇ ਤੇ ਗੁਰੂ ਨਾਨਕ ਦੇ ਉਪਦੇਸ਼ ਨੂੰ, ਗੁਰੂ ਨਾਨਕ ਦੇ ਮਿਸ਼ਨ ਨੂੰ ਸੰਗਤਾਂ ਤੱਕ ਪਹੁੰਚਾਇਆ ਤੇ ਗੁਰੂ ਦਾ ਉਪਦੇਸ਼ ਸਾਂਝਾ ਕੀਤਾ। ਤੇ ਸਮਾਂ ਹੌਲੀ ਹੌਲੀ ਆਪਣੀ ਚਾਲ ਚੱਲਦਾ ਚੱਲਦਾ ਕਾਫੀ ਸਮਾਂ ਬੀਤ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਮਨ ਵਿੱਚ ਵਿਚਾਰ ਆਵੇ ਕਿ ਕਿਤੇ ਗੁਰੂ ਸਾਹਿਬ ਨੇ ਮਨ 'ਚੋਂ ਵਿਸਰਤਾ ਨਹੀਂ ਗਿਆ। ਮਨ ਵਿੱਚ ਬੇਹਵਲਤਾ ਇਹ ਕਿਉਂਕਿ ਗੁਰੂ ਦੇ ਉਪਦੇਸ਼ ਦੀ ਸਾਂਝ ਹੈ। ਜਿਸ ਤਰ੍ਹਾਂ ਗੁਰਬਾਣੀ ਦਾ ਪਾਵਨ ਬਚਨ ਹੈ, ਤਖਤ ਰਾਜਾ ਸੋਭ ਹੈ ਜੋ ਤਖਤੈ ਲਾਇਕ ਹੋਈ। ਇੱਕ ਹੋਰ ਬਚਨ ਹੈ, ਤਖਤ ਬਹਿ ਤਖਤੈ ਕੀ ਲਾਇਕ। ਹੁਣ ਜਿਹੜਾ ਕਿਸੇ ਪਦ ਦਾ ਮਾਲਕ ਬਣਨਾ ਚਾਹੁੰਦਾ ਹੈ ਉਹਨੂੰ ਉਹਦੇ ਯੋਗ ਵੀ ਬਣਨਾ ਪੈਣਾ ਹੈ। ਤੇ ਗੁਰੂ ਸਵਾਰਿਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੰਗਤਾਂ ਨਾਲ ਗੁਰੂ ਨਾਨਕ ਦੇ ਮਿਸ਼ਨ ਦੀ, ਗੁਰੂ ਨਾਨਕ ਦੇ ਉਪਦੇਸ਼ ਦੀ ਸਾਂਝ ਬਣਾ ਰਹੇ ਨੇ। ਤੇ ਉਧਰ ਸਾਹਿਬਜ਼ਾਦਾ ਅਰਜਨ ਦੇਵ ਉਹ ਸੰਗਤਾਂ 'ਚ ਗੁਰੂ ਨਾਨਕ ਦੇ ਸ਼ਬਦ ਦਾ, ਗੁਰੂ ਨਾਨਕ ਦੇ ਉਪਦੇਸ਼ ਦਾ ਪ੍ਰਚਾਰ ਕਰ ਰਹੇ ਨੇ, ਪਰ ਮਨ ਵਿੱਚ ਗੁਰਚਰਨਾਂ 'ਚ ਪਹੁੰਚਣ ਦੀ ਇਹ ਇੱਛਾ ਹੈ। ਤੇ ਇਤਿਹਾਸ ਲਿਖਦਾ ਹੈ ਕਿ ਸਾਹਿਬਜ਼ਾਦਾ ਅਰਜਨ ਦੇਵ ਜੀ ਨੇ ਇੱਕ ਪੱਤਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਲਈ ਉੱਥੋਂ ਲਿਖ ਕੇ ਭੇਜਿਆ। ਤੇ ਉਹ ਪੱਤਰ ਦੇਣ ਵਾਲਾ ਅੱਗੇ ਆਇਆ ਤਾਂ ਬਾਬੇ ਪਿਰਥ ਚੰਦ ਨੂੰ ਮਿਲਿਆ। ਬਾਬੇ ਪਿਰਥ ਚੰਦ ਨੂੰ ਪੱਤਰ ਲੈ ਕੇ ਰੱਖ ਲਿਆ ਤੇ ਕਹਿੰਦੇ ਕੋਈ ਗੱਲ ਨਹੀਂ, ਮੈਂ ਗੁਰੂ ਸਾਹਿਬ ਨੂੰ ਦੇ ਦੇਵਾਂਗਾ। ਪਰ ਜਦੋਂ ਪੱਤਰ ਪੜ੍ਹਿਆ ਤਾਂ ਅੰਦਰੋਂ ਹਿੱਲ ਗਿਆ ਕਿ ਜਿਹੜਾ ਇਹ ਪੱਤਰ ਲਿਖਿਆ ਹੈ ਇੱਕ ਮਾਮੂਲੀ ਗੱਲ ਨਹੀਂ ਹੈ। ਇਹਦੇ ਵਿੱਚ ਜੋ ਬਚਨ ਕੀਤੇ ਹਨ ਉਹ ਜਿਸ ਤਰ੍ਹਾਂ ਗੁਰੂ ਸਾਹਿਬਾਨ ਬਾਣੀ ਉਚਾਰਦੇ ਨੇ ਉਸ ਤਰ੍ਹਾਂ ਦੇ ਬਚਨ ਹਨ। ਦੂਸਰਾ ਪੱਤਰ ਫਿਰ ਸਾਹਿਬਜ਼ਾਦਾ ਅਰਜਨ ਦੇਵ ਜੀ ਨੇ ਲਿਖਿਆ ਤੇ ਗੁਰੂ ਰਾਮਦਾਸ ਮਹਾਂ ਦਰਬਾਰ ਵਿੱਚ ਭੇਜਿਆ। ਦੂਸਰਾ ਪੱਤਰ ਫਿਰ ਬਾਬੇ ਪਿਰਥੀ ਚੰਦ ਕੋਲ ਪਹੁੰਚ ਗਿਆ, ਪਰ ਬੁਲਾਵਾ ਨਾ ਗਿਆ। ਤਾਂ ਤੀਸਰਾ ਪੱਤਰ ਫਿਰ ਲਿਖਿਆ ਗਿਆ। ਇਸ ਵਾਰ ਨਾਲ ਪੱਤਰ ਭੇਜਣ ਵਾਲੇ ਨੂੰ, ਦੇਣ ਵਾਲੇ ਨੂੰ ਇਹ ਕਿਹਾ ਗਿਆ ਕਿ ਇਹ ਪੱਤਰ ਦਰਬਾਰ ਵਿੱਚ ਜਾ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਦੇਣਾ ਹੈ। ਜਦੋਂ ਇਹ ਪੱਤਰ ਪਹੁੰਚਿਆ ਤਾਂ ਉਹਦੇ ਉੱਪਰ ਤੀਸਰਾ ਅੰਕ ਲਿਖਿਆ ਹੋਇਆ ਸੀ। ਪੱਤਰ ਪੜ੍ਹਦੇ ਸਾਰ ਪੱਤਰ ਦੇਣ ਵਾਲੇ ਏਲਚੀ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ ਕਿ ਜਾਓ, ਜਾ ਕੇ ਸਾਹਿਬਜ਼ਾਦਾ ਅਰਜਨ ਦੇਵ ਨੂੰ ਲੈ ਕੇ ਆਓ। ਜਦੋਂ ਲੈ ਕੇ ਆਏ ਤੇ ਗੁਰੂ ਸਵਾਰਿਓ ਤੇ ਫਿਰ ਆਪਣੇ ਸੀਨੇ ਨਾਲ ਲਾ ਕੇ ਗੁਰੂ ਰਾਮਦਾਸ ਮਹਾਰਾਜ ਨੇ ਇਹ ਉਪਦੇਸ਼ ਕੀਤਾ ਕਿ ਚੌਥਾ ਬਚਨ ਵੀ ਉਚਾਰਨਾ ਕਰੋ। ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜੋ ਚੌਥਾ ਬਚਨ ਹੈ, ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਵਿਨਾਸ਼ੀ ਘਰ ਮੈਂ ਪਾਇਆ, ਇਹ ਸ਼ਬਦ
ਉਚਾਰਣਾ ਕੀਤਾ। ਤੇ ਗੁਰੂ ਸਵਾਰਿਓ ਹੁਣ ਜਦੋਂ ਇਹ ਵਰਤਾਰਾ ਵਰਤਿਆ ਤਾਂ ਬਾਬਾ ਪਿਰਥੀ ਚੰਦ ਜੋ ਆਪਣੇ ਆਪ ਨੂੰ ਗੁਰਤਾ ਗੱਦੀ ਦਾ ਮਾਲਕ ਸਮਝਦਾ ਸੀ ਤੇ ਮਨ ਵਿੱਚ ਇੱਛਾ ਵੀ ਇਹ ਸੀ, ਪਰ ਹੁਣ ਇਹ ਜੋ ਉਹਦੇ ਲਾਇਕ ਹੋਵੇ। ਜੇ ਇਸ ਤਰ੍ਹਾਂ ਹੀ ਹੁੰਦਾ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹ ਆਪਣੇ ਸੁਪੁੱਤਰਾਂ ਨੂੰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਉਹਨਾਂ ਨੂੰ ਕਿਸੇ ਨੂੰ ਵੀ ਗੁਰਤਾ ਗੱਦੀ ਦੇ ਸਕਦੇ ਸਨ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪਣੇ ਬਾਬਾ ਮੋਹਰੇ ਜੀ ਉਹਨਾਂ ਵਿੱਚੋਂ ਕਿਉਂਕਿ ਇੱਛਾ ਉਹ ਵੀ ਰੱਖਦੇ ਸਨ, ਉਹ ਵੀ ਦੇ ਸਕਦੇ ਸਨ ਗੁਰਤਾ ਗੱਦੀ, ਪਰ ਉਹ ਉਸ ਪਦ ਤੱਕ ਪਹੁੰਚ ਨਹੀਂ ਸਕੇ। ਤੇ ਗੁਰੂ ਸਵਾਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਯੋਗ ਜਾਣ ਕੇ ਲਗਭਗ 18 ਸਾਲ ਦੀ ਉਮਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ। ਤੇ ਇਸ ਸਮੇਂ ਤੋਂ ਲੈ ਕੇ ਹੀ ਬਾਬਾ ਪਿਰਥੀ ਚੰਦ ਵਿਰੋਧ ਵਿੱਚ ਉਤਰ ਆਏ। ਵਿਰੋਧ ਵੀ ਬੜਾ ਜ਼ਬਰਦਸਤ ਹੋਇਆ। ਜਿਸ ਤਰ੍ਹਾਂ ਪਹਿਲਾਂ ਸੁਲਹੀ ਖਾਨ ਉਹਦੇ ਨਾਲ ਵੀ ਮਿਲ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਗੁਰਬਾਣੀ ਵਿੱਚ ਵੀ ਇਹ ਸ਼ਬਦ ਦਰਜ ਹੈ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਬਾਬੇ ਪਿਰਥੀ ਚੰਦ ਨੇ ਚੜ੍ਹਾ ਕੇ ਲੈ ਕੇ ਆਂਦਾ ਸੁਲਹੀ ਖਾਨ ਨੂੰ। ਕਹਿੰਦੇ ਇੱਕ ਦਿਨ ਸੁਲਹੀ ਖਾਨ ਬਾਬੇ ਪਿਰਥੀ ਜੀ ਨਾਲ ਦੋਵੇਂ ਘੋੜੇ ਚੜ੍ਹੇ ਹੋਏ ਅਤੇ ਬਾਬਾ ਪਿਰਥੀ ਚੰਦ ਦਿਖਾ ਰਿਹਾ ਕਿ ਆਹ ਦੇਖੋ ਇੱਧਰ ਇੱਟਾਂ ਪੱਕ ਰਹੀਆਂ ਨੇ ਅਤੇ ਅਸੀਂ ਵੀ ਇੱਥੇ ਗੁਰਸਥਾਨ ਬਣਾਉਣ ਜਾ ਰਹੇ ਹਾਂ। ਕਹਿੰਦੇ ਉਹ ਘੋੜਾ ਐਸਾ ਬਿਦਕਿਆ ਸੁਲਹੀ ਖਾਨ ਨੂੰ ਘੋੜੇ ਸਮੇਤ ਲੈ ਕੇ ਭੱਠੇ ਵਿੱਚ ਵੜ ਗਿਆ। ਹੁਣ ਮੁਸਲਮਾਨ ਧਰਮ ਦੇ ਵਿੱਚ ਕੋਈ ਅੱਗ ਨਾਲ ਸੜ ਕੇ ਮਰਦਾ ਹੈ ਤਾਂ ਉਹਨੂੰ ਨਾਪਾਕ ਕਿਹਾ ਜਾਂਦਾ ਹੈ। ਅਗਰ ਦਫਨਾਉਂਦੇ ਨੇ ਤਾਂ ਕਹਿੰਦੇ ਵੀ ਇਹ ਆਪਣਾ ਪਾਕ ਹੋ ਕੇ ਮਰਿਆ ਹੈ, ਕਿਉਂਕਿ ਉਹ ਸਮਝਦੇ ਨੇ ਕਿ ਕਿਆਮਤ ਵਾਲੇ ਦਿਨ ਕਹਿੰਦੇ ਕਿ ਜਦੋਂ ਖੁਦਾ ਦੁਬਾਰਾ ਸੰਸਾਰ ਵਿੱਚ ਆਉਣਗੇ ਤਾਂ ਫਿਰ ਸਾਰੇ ਇਹ ਮੁਸਲਮ ਜਿੰਨੇ ਨੇ ਸਭ ਜਿਉਂਦੇ ਹੋ ਜਾਣਗੇ। ਅਤੇ ਕਹਿੰਦੇ ਹੁਣ ਭੱਠੇ ਵਿੱਚ ਸੜ ਕੇ ਮਰਿਆ ਸੁਲਹੀ ਖਾਨ ਤਾਂ ਸਮਝ ਲਈ ਕੋਈ ਨਾਪਾਕ ਹੋ ਕੇ ਮਰਿਆ ਹੈ। ਸੁਲਹੀ ਹੋਏ ਮੂਆ ਨਾਪਾਕ, ਸੜ ਕੇ ਮਰਿਆ। ਗੁਰੂ ਸਵਾਰਿਓ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਸ ਅੰਮ੍ਰਿਤ ਸਰੋਵਰ ਨੂੰ ਬਣਾਉਣਾ ਸ਼ੁਰੂ ਕੀਤਾ ਅਤੇ ਗੁਰੂ ਸਵਾਰਿਓ ਉਸ ਦੇ ਬਿਲਕੁਲ ਵਿਚਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਸ ਪਰਮਾਤਮਾ ਦਾ ਨਾਮ ਵਾਲਾ ਇੱਕ ਘਰ, ਇੱਕ ਇਮਾਰਤ ਉੱਥੇ ਸਾਜਣੀ ਕੀਤੀ, ਜਿਹਦੀ ਉਹਨਾਂ ਨੇ ਨੀਂਹ ਆਪਣੇ ਪਿਆਰੇ ਸਿੱਖ ਸਾਈਂ ਮੀਆਂ ਮੀਰ ਤੋਂ ਰਖਵਾਉਣੀ ਕੀਤੀ। ਅਤੇ ਗੁਰੂ ਸਵਾਰਿਓ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਰੋਵਰ ਦੇ ਵਿੱਚ
ਇਹ ਇਮਾਰਤ ਤਿਆਰ ਕੀਤੀ। ਗੁਰੂ ਸਵਾਰਿਓ, ਹਰ ਚੀਜ਼ ਦਾ ਕਾਰਨ ਹੁੰਦਾ ਹੈ। ਗੁਰੂ ਨੇ ਕਦੇ ਕੋਈ ਵੀ ਕਾਰਜ ਬਗੈਰ ਕਾਰਨ ਤੋਂ ਨਹੀਂ ਕੀਤਾ। ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਖੁਦ ਆਪਣੇ ਰਬਾਬੀ ਸਿੰਘਾਂ ਨਾਲ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਤਾਂ ਸੰਗਤਾਂ ਆਲੇ ਦੁਆਲੇ ਬੈਠ ਕੇ ਸਰੋਵਰ ਦੇ ਕਿਨਾਰੇ ਕੀਰਤਨ ਸ਼ਰਵਣ ਕਰਦੀਆਂ। ਗੁਰੂ ਸਵਾਰੇ, ਇਹ ਵੀ ਇੱਕ ਵੱਡਾ ਕਾਰਨ ਸੀ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਬਣਾਉਣ ਦਾ। ਅਤੇ ਗੁਰੂ ਸਵਾਰਿਓ, ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਹੜੇ ਸਾਡੇ 'ਤੇ ਵੱਡਾ ਉਪਕਾਰ ਕੀਤਾ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦੇਣ ਵੇਲੇ ਹੀ ਜਿਹੜੀਆਂ ਪੋਥੀਆਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕੇ ਗੁਰਬਾਣੀ ਲਿਖੀ ਹੋਈ ਸੀ ਅਤੇ ਭਗਤ ਸਾਹਿਬਾਨ ਦੀ ਬਾਣੀ, ਇਹ ਸਾਰੀਆਂ ਪੋਥੀਆਂ ਨਾਲ ਹੀ ਸੌਂਪ ਦਿੱਤੀਆਂ ਸਨ। ਅਤੇ ਗੁਰੂ ਸਵਾਰਿਓ, ਜਿਹੜਾ ਸਾਡੇ 'ਤੇ ਉਪਕਾਰ ਕੀਤਾ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਮੁੱਚੀ ਬਾਣੀ ਇਕੱਤਰ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਤੱਕ ਜਿਹੜੀ ਬਾਣੀ ਲਿਖੀ ਹੋਈ ਸੀ, ਉਹ ਸਾਰੀ ਇਕੱਤਰ ਕਰਕੇ ਅਤੇ ਭਗਤ ਸਾਹਿਬਾਨ ਦੀ ਬਾਣੀ ਇਕੱਤਰ ਕਰਕੇ ਗੁਰੂ ਸਾਹਿਬਾਨ ਨੇ ਇੱਕ ਸਾਡੇ ਤਾਰਨ ਹਿੱਤ ਇਹ ਸਾਡੇ ਤਾਰਨ ਹਿੱਤ ਇੱਕ ਇਹ ਜਹਾਜ਼ ਬਣਾ ਦਿੱਤਾ। ਬੋਹਿਥ, ਜੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਬਚਨ ਸੀ, ਦੋਹਤਾ ਬਾਣੀ ਕਾ ਬੋਹਿਥਾ। ਇਹ ਬੋਹਿਥ, ਬਾਣੀ ਕਾ ਬੋਹਿਥ ਸਾਨੂੰ ਬਖਸ਼ ਦਿੱਤਾ, ਜੋ ਸਾਡੇ ਸੰਸਾਰ ਸਮੁੰਦਰ ਤਾਰਨ ਦੇ ਲਈ ਸਾਡੇ ਲਈ ਇੱਕ ਜਹਾਜ਼ ਦਾ ਕੰਮ ਕਰਦਾ ਹੈ। ਗੁਰੂ ਸਵਾਰਿਓ, ਆਪਾਂ ਸਾਰੇ ਜਾਣੂ ਆ ਇਤਿਹਾਸ ਤੋਂ, ਗਾਏ ਬਗਾਏ ਪੜ੍ਹਦੇ ਸੁਣਦੇ ਰਹਿੰਦੇ ਹਾਂ। ਬੇਸ਼ੱਕ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਜਦੋਂ ਪੋਥੀਆਂ ਲੈਣ ਗਏ ਤਾਂ ਬਾਬਾ ਮੋਹਨ ਜੀ, ਜਿਨ੍ਹਾਂ ਕੋਲੇ ਪੋਥੀਆਂ ਸਨ, ਕਦੇ ਉਹ ਚਵਾਰੇ ਵਿੱਚ ਬੈਠੇ ਸਨ। ਪਰ ਭਾਈ ਗੁਰਦਾਸ ਜੀ ਨੇ, ਜੋ ਰਿਸ਼ਤੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਸਨ, ਅਤੇ ਪੋਥੀਆਂ ਲੈਣ ਵਾਸਤੇ ਉਹ ਵੀ ਗਏ ਸਨ। ਗੁਰਬਾਣੀ ਲਿਖਣ ਵਾਲੇ ਲਿਖਾਰੀ ਵੀ ਸਨ। ਉਹਨਾਂ ਨੇ ਆਪਣੀ ਰਚਨਾ ਦੇ ਵਿੱਚ 12 ਦੇ ਵਿੱਚ ਲਿਖਿਆ ਹੈ, ਜਿਸ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਉਹਨਾਂ ਨੇ ਆਪਣੇ ਮਨ ਦੇ ਬਲਬਲੇ ਲਿਖੇ ਨੇ। ਉਹਨਾਂ ਨੇ ਤਾਂ ਇਹ ਲਿਖਿਆ ਹੈ ਕਿ ਮੋਹਨ ਕਮਲਾ ਹੋਇਆ, ਚਵਾਰਾ ਮੋਹਰੀ ਮਨਾਇਆ। ਚਵਾਰੇ ਵਿੱਚ ਬਾਬਾ ਮੋਹਰੀ ਜੀ ਸਨ, ਮੋਹਨ ਜੀ ਨਹੀਂ ਸਨ। ਅਤੇ ਗੁਰੂ ਸਵਾਰਿਓ, ਇਹ ਵੀ ਇੱਕ ਇਤਿਹਾਸ ਦਾ ਵਿਚਾਰਨ ਵਾਲਾ ਪੱਖ ਹੈ। ਇਤਿਹਾਸਕਾਰਾਂ ਨੇ ਇਸ 'ਤੇ ਕੁਝ ਲਿਖਿਆ ਨਹੀਂ ਹੈ। ਭਾਈ ਸੰਤੋਖ ਸਿੰਘ ਨੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ, ਪਰ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਇਹ ਜ਼ਿਕਰ ਜ਼ਰੂਰ ਕੀਤਾ ਹੈ। ਅਤੇ ਗੁਰੂ ਸਵਾਰਿਓ, ਜਿੱਥੇ ਸਾਡੇ ਸਰੀਰਕ ਇਸ਼ਨਾਨ ਦੇ ਲਈ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਗੁਰੂ ਰਾਮਦਾਸ ਮਹਾਰਾਜ ਨਾਮ ਦੇ ਸਰੋਵਰ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤਾ, ਅਤੇ ਹਰਿਮੰਦਰ ਉਸ ਵਾਹਿਗੁਰੂ ਦੇ ਨਿਵਾਸ ਦਾ ਸਥਾਨ ਦਰਬਾਰ ਸਾਹਿਬ ਸਾਨੂੰ ਬਖਸ਼ ਕੀਤਾ। ਉੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਸਾਨੂੰ ਨਾਮ ਬਾਣੀ ਕਾ ਬੋਹਿਥ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਮੁੱਚੀ ਗੁਰਬਾਣੀ ਸਾਨੂੰ ਬਖਸ਼ਿਸ਼ ਕੀਤੀ। ਗੁਰੂ ਸਵਾਰਿਓ, ਭੱਟ ਸਾਹਿਬਾਨ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ
ਗੁਰਤਾ ਗੱਦੀ ਵੇਲੇ ਗੁਰੂ ਸਾਹਿਬਾਨ ਦੀ ਵਡਿਆਈ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੱਕ ਵਡਿਆਈ ਕੀਤੀ। ਉਹਨਾਂ ਦੀ ਬਾਣੀ ਵੀ ਦਰਜ ਕੀਤੀ। ਤੇ ਗੁਰੂ ਸਵਾਰਿਓ, ਗੁਰੂ ਕੇ ਪਿਆਰੇ ਸਿੱਖ ਬਾਬਾ ਸੁੰਦਰ ਜੀ, ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਪਦੇਸ਼, ਅੰਤਮ ਸਮੇਂ ਦਾ ਉਪਦੇਸ਼ ਸਰਵਣ ਕਰਵਾਇਆ, ਸਾਧ ਰੂਪ ਵਿੱਚ ਗਾਉਣਾ ਕੀਤਾ ਤੇ ਉਹ ਵੀ ਗੁਰਬਾਣੀ ਵਿੱਚ ਦਰਜ ਕੀਤਾ। ਤੇ ਗੁਰੂ ਘਰ ਦੇ ਰਬਾਬੇ ਰਾਏ ਬਲਵੰਡ ਜੀ, ਭਾਈ ਸੱਤਾ ਜੀ, ਉਹਨਾਂ ਦੀ ਜੋ ਉਚਾਰਨ ਕੀਤੀ ਬਾਰ ਹੈ, ਰਾਮਕਲੀ ਰਾਗ ਵਿੱਚ ਦਰਜ ਹੈ ਤੇ ਉਹ ਵੀ ਗੁਰੂ ਸਾਹਿਬਾਨ ਨੇ ਗੁਰਬਾਣੀ 'ਚ ਦਰਜ ਕੀਤੀ। ਤੇ ਗੁਰੂ ਸਵਾਰਿਓ, ਸਮੁੱਚੀ ਗੁਰਬਾਣੀ ਇਕੱਤਰ ਕਰਕੇ ਤੇ ਫਿਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਹਦਾ ਪ੍ਰਕਾਸ਼ ਕੀਤਾ। ਤੇ ਗੁਰੂ ਸਵਾਰਿਓ, ਬਾਬਾ ਬੁੱਢਾ ਸਾਹਿਬ ਨੂੰ ਉਪਦੇਸ਼ ਕੀਤਾ, ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲੇਹ ਆਵਾਜ਼ ਸੁਨੈ ਸਭ ਪੰਥ, ਅਦਬ ਸਹਿਤ ਗ੍ਰੰਥ ਸਭ ਤਬ ਖੋਲ੍ਹਾ। ਤੇ ਜਦੋਂ ਫਿਰ ਬਾਬਾ ਬੁੱਢਾ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਾਂ ਦਾ ਪ੍ਰਕਾਸ਼ ਕਰਕੇ ਤੇ ਗੁਰੂ ਗ੍ਰੰਥ ਸਾਹਿਬਾਂ ਦਾ ਪ੍ਰਕਾਸ਼ ਕੀਤਾ ਤੇ ਫਿਰ ਗੁਰੂ ਕਾ ਪਾਵਨ ਬਚਨ ਪਹਿਲਾ ਹੁਕਮਨਾਮਾ ਇਹ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਸਵਾਰਿਓ, ਆਪਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਕੱਲ੍ਹ ਨੂੰ ਮਨਾਉਣ ਜਾ ਰਹੇ ਹਾਂ, ਜਿਹਦੇ ਕਈ ਕਾਰਨ ਸਨ। ਜਿਨ੍ਹਾਂ ਵਿੱਚੋਂ ਇੱਕ ਕਾਰਨ ਇਹ ਵੀ ਸੀ, ਆਪਾਂ ਅੱਜ ਵਿਚਾਰਨਾ ਕਰ ਲਈਏ ਕਿ ਬਾਬਾ ਪਿਰਥੀ ਚੰਦ ਜੋ ਚਾਹੁੰਦੇ ਸਨ ਕਿ ਗੁਰਗੱਦੀ ਮੈਨੂੰ ਮਿਲੇ, ਇੱਕ ਕਾਰਨ ਬਾਬਾ ਪਿਰਥੀ ਚੰਦ ਵੀ ਸਨ। ਦੂਸਰਾ ਕਾਰਨ ਮੁਸਲਮਾਨ ਹਕੂਮਤ ਇਹ ਕਹਿੰਦੀ ਸੀ ਕਿ ਜਿਹੜਾ ਪਾਵਨ ਗ੍ਰੰਥ ਤੁਸੀਂ ਤਿਆਰ ਕੀਤਾ ਹੈ, ਇਹਦੇ ਵਿੱਚ ਮੁਹੰਮਦ ਸਾਹਿਬ ਦੀ ਵਡਿਆਈ ਲਿਖੀ ਜਾਵੇ। ਤੇ ਤੀਸਰਾ ਕਾਰਨ ਇਹ ਸੀ, ਜੋ ਅਕਬਰ ਦੇ ਸਮੇਂ ਤੋਂ ਬੀਰਬਲ ਕਿਹਾ ਜਾਂਦਾ ਹੈ, ਜੋ ਉਹਦੇ ਦਰਬਾਰ ਦਾ ਮਸਕਰਾ ਸੀ, ਕਹਿੰਦੇ ਉਹਨੇ ਅਕਬਰ ਤੋਂ ਲਿਖਾਇਆ ਹੋਇਆ ਸੀ, ਤੂੰ ਸਾਰੇ ਖੱਤਰੀਆਂ ਤੋਂ ਤੂੰ ਟੈਕਸ ਵਸੂਲ ਕਰ ਸਕਦਾ। ਔਰ ਚੌਥਾ ਕਾਰਨ ਇਹ ਸੀ, ਜਦੋਂ ਜਹਾਂਗੀਰ ਦਾ ਬਾਦਸ਼ਾਹ ਜਹਾਂਗੀਰ ਦਾ ਸਾਹਿਬਜ਼ਾਦਾ, ਉਹਦਾ ਸ਼ਹਿਜ਼ਾਦਾ ਖੁਸਰੋ, ਕਹਿੰਦੇ ਕਿ ਉਹ ਲੜਾਈ 'ਚ ਹਾਰ ਕੇ ਇੱਧਰ ਆਇਆ ਤਾਂ ਗੁਰੂ ਘਰ ਵੇਖੇ ਇੱਥੇ ਪਹੁੰਚਿਆ ਤੇ ਕਹਿੰਦੇ ਉਹਨਾਂ ਨੇ ਕਿਹਾ ਕਿ ਤੁਸੀਂ ਉਹਦੀ ਮਦਦ ਕੀਤੀ ਹੈ। ਇੱਕ ਕਾਰਨ ਇਹ ਵੀ ਸੀ। ਔਰ ਗੁਰੂ ਸਾਹਿਬ ਦੀ ਸ਼ਹੀਦੀ ਦੇ ਵਿੱਚ ਸਭ ਤੋਂ ਵੱਧ ਮਨ ਵਿੱਚ ਨਫ਼ਰਤ ਰੱਖਣ ਵਾਲਾ जिसने दीवान चंदू, जिसने अपनी बेटी का रिश्ता गुरु अर्जन देव साहब महाराज जी के साहबजादे हरगोबिंद साहब वास्ते भेजा। आओ इन्हां गल्लां नूं आपां कल दे दीवानां 'च विचारना करांगे। समय की समाप्ति है, गुरबाणी अगाध बोध है, गुरु का इतिहास बड़ा वड्डा है। विचारां करदे हाँ, गुरबाणी पढ़दे हाँ,
ਹੋਈਆਂ ਬੇਅੰਤ ਭੁੱਲਾਂ ਗਲਤੀਆਂ ਲਈ ਖਿਮਾ ਬਖਸ਼ ਕਰਨੀ ਜੀ। आओ फतेह दी सांझ बख्शो। वाहिगुरु जी का खालसा वाहिगुरु जी की फतेह। रामकली महला तीजा आनंद। एक ओंकार सतगुर प्रसाद। आनंद भया मेरी माय सतगुरु मैं पाया। सतगुर तां पाया सहज सेती मन वजियां वाधाइयां। राग रतन परवार परियां शब्द गावण आईयां। शब्द होता गावो हरि केरा मन जिने बसाया। कह नानक आनंद हुआ सतगुरु मैं पाया। ए मन मेरे आ तू सदा रहो हर नाले। हर नाल रहो तू मन मेरे दुख सब विसारना। अंगीकार ओह करे तेरा कारज सब सवारना। सबना गल्लां समरथ स्वामी सो क्यों मनो विसारे। कह नानक मन मेरे सदा रहो हर नाले। साचे साहेबा क्या नाही करते रह। करता तेरा सब कुछ है जिस देहें सो पावे। सदा सिद्ध सलाह तेरी नाम मन वसावे। नाम जिनका मन वसया बाजे शब्द कनेरे। कह नानक सच्चे साहिब क्या नाही करते रह। साचा नाम मेरा आधार साच नाम आधार मेरा। जिन भुखा सब गवाइयाँ कर शांत सुख मन आए वसया। जिन इच्छा सब पुजाइयाँ जिन इच्छा सब पुजाइयाँ। सदा कुर्बान किया गुरु विटो जिस दियाँ ये वड़ियाइयाँ। कह नानक सुनो संतो शब्द धरो प्यारो। साचा नाम मेरा आधारो। वाजे पंच शब्द तित कर सुभागै। कर सुभागै शब्द वाजे कला जत कर धारिया। पंच दूत तुद वस कीते काल कंटक मारिया। तुर कर्म पाया तु जिनको से नाम हर कह लागे। कह नानक तां सुख हुआ तित कर अनहद बाजे। आनंद सुनो वड भागियो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुने सच्ची बाणी। संत साजन पए सरसे पूरे गुरते जानी। सुनते पुनीत कहते पवित सतगुर रहया पर पूरे। बिनवंत नानक गुर चरण लागे वाजे अनहद तूर। सुनते पुनीत कहते पवित सतगुर रहया पर पूरे। बिनवंत नानक गुर चरण लागे वाजे अनहद तूरे। वाहिगुरु जी का खालसा वाहिगुरु जी की फतेह। तू ठा